अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਕੱਲ੍ਹ ਜਦੋਂ ਇਸ ਪ੍ਰੋਗਰਾਮ ਦੇ ਬਾਰੇ 'ਚ ਸੋਚ ਚੱਲ ਰਹੀ ਸੀ ਅਤੇ ਇੱਕ ਦੋਸਤ ਨਾਲ ਡਿਸਕਸ਼ਨ ਵੀ ਹੋ ਰਹੀ ਸੀ। ਉਹਨਾਂ ਆਖਿਆ ਕਿ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਹੁਣ ਸਾਡੇ ਵਾਸਿਆਂ ਦੇ ਵਿੱਚੋਂ ਬਿਲਕੁਲ ਉਹਨੂੰ ਦੇਸ ਨਿਕਾਲਾ ਮਿਲ ਗਿਆ। ਮਸਲਨ ਪੜੋਲਾ ਇੱਕ ਐਸਾ ਆਈਟਮ ਸੀ ਹਾਊਸ ਹੋਲਡ ਦਾ, ਰੋਜ਼ਮर्रा ਦੀ ਜ਼ਰੂਰੀਆਤ ਦਾ। ਹੁਣ ਉਹਦਾ ਨਾਂ ਹੀ ਕੋਈ ਨਹੀਂ ਲੈਂਦਾ। ਔਰ ਜਿਸ ਵੇਲੇ ਅਸਾਂ ਸੁਣਿਆ ਕਿ ਰੋਟੀ 30 ਰੁਪਏ ਦੀ ਹੋ ਗਈ ਹੈ, ਕਣਕ ਰਸ਼ੀਆ ਤੋਂ ਮੰਗਵਾਈ ਗਈ ਹੈ ਜੀ, ਕਣਕ ਇੰਪੋਰਟ ਕਰਨੀ ਹੈ, ਉਸ ਵੇਲੇ ਹਿਸਾਬ ਆਇਆ ਕਿ ਕੁਝ ਚੀਜ਼ਾਂ ਅਸਾਂ ਬਿਲਕੁਲ ਇੰਜੇ ਗਵਾਡਣ ਦਾ ਮੂੰਹ ਲੱਤਾ ਵੇਖ ਕੇ ਆਪਣਾ ਚੰਡਾ ਨਾਲ ਕੁੱਟ ਕੇ ਲਾਲ ਕਰ ਲਿਆ ਔਰ ਆਪਣਾ ਬੇੜਾ ਗਰਕ ਕਰ ਲਿਆ। ਮੇਰੇ ਸਾਹਮਣੇ ਇੱਕ ਮਿੱਟੀ ਦਾ ਜਿਹੜਾ ਪੜੋਲਾ ਸੀ, ਉਹ ਵਹਿੰਦਿਆਂ ਛੋਟਿਆਂ ਸ਼ਹਿਰਾਂ 'ਚ, ਸੁੱਖੇ ਕੀਏ 'ਚ, ਪਿੰਡੀ ਪੱਟੀਆਂ 'ਚ ਜਾਂ ਖਾਨਕਾ ਡੋਗਰਾਂ ਜਾਂ ਮਤਲਬ ਜਿਹੜੇ ਵੀ ਪਾਸੇ ਸਾਹੀਵਾਲ, ਇੱਧਰ ਸਰਗੋਧੇ ਵਾਲੇ ਪਾਸੇ ਆ ਜਾਓ, ਸਿੱਲਾਂ ਵਾਲੀ ਆ ਜਾਓ, ਇਹਨਾਂ 'ਚ ਜਿਹੜੇ ਕਸਬਾ ਜਾਤੀ ਕਿਸਮ ਦੇ ਪਿੰਡ ਸਨ, ਸ਼ਹਿਰ ਸਨ, ਉਹਨਾਂ ਕਸਬਿਆਂ ਦੇ ਵਿੱਚ ਲੰਮੀਆਂ ਦੁਕਾਨਾਂ ਦੇ ਵਿੱਚ ਮਤਲਬ ਉਹ ਜਸਤੀ ਪੜੋਲੇ, ਇਹਨਾਂ ਦਾ ਕਲਚਰ ਆਮ ਸੀ। ਕਿਉਂ ਆਮ ਸੀ? ਆਮ ਬੰਦੇ ਦੀ ਇਹ ਸੋਚ ਸੀ ਕਿ ਪਹਿਲਾਂ ਤਾਂ ਇਹ ਸੁਣਿਆ ਜਿਹਦੇ ਘਰ ਦਾਣੇ ਉਹਦਾ ਕਮਲੇ ਵੀ ਸਿਆਣੇ। ਦਾਣੇ ਤੋਂ ਮੁਰਾਦ ਕਣਕ ਲਈ ਜਾਂਦੀ ਸੀ। ਕਣਕ ਨੂੰ ਕਣਕ ਕੋਈ ਨਹੀਂ ਆਂਦਾ, ਦਾਣੇ ਹੀ ਆਉਂਦੇ ਹੁੰਦੇ ਸਨ ਉਦੋਂ ਬੰਦੇ। ਫਲਾਣਿਆ ਤੂੰ ਕਿਹੜਾ ਸਾਨੂੰ ਦਾਣੇ ਦਿੰਦਾ ਰਹਿੰਦਾ। ਇਹਦਾ ਮਤਲਬ ਹੈ ਕਿ ਜਿਹੜੀ ਬੇਸਿਕ ਨੀਡ, ਬੁਨਿਆਦੀ ਜ਼ਰੂਰਤ ਸੀ ਲੋਕਾਂ ਦੀ, ਉਹਦੇ ਨਾਲ ਵਫਾ ਸੀ। ਔਰ ਹਾਲੇ ਉਹ ਬੰਦੇ ਪੜੋਲੇ ਛੱਡ ਕੇ ਅਤੇ ਬਰਗਰ 'ਤੇ ਸਵਿਚ ਓਵਰ ਨਹੀਂ ਸਨ ਕੀਤੇ ਗਏ। ਇਹ ਇੱਕ ਲੰਮਾ ਦੌਰ ਇਹਦੇ ਵਿੱਚ ਅਗਰ ਵੇਖੋ ਨਾ ਤਾਂ ਇਹ ਚੰਗਾ ਭਲਾ ਟਾਈਮ ਲੱਗਾ ਕਿ ਕੁਛ ਚੀਜ਼ਾਂ ਐਵੇਂ ਖੁਦਾ ਵਾਸਤੇ ਕਰਕੇ ਛੱਡੀਆਂ ਨੇ ਤੁਸਾਂ। ਔਰ ਬਾਜ਼ ਬੰਦਿਆਂ ਨੇ ਤਾਂ ਇੱਥੋਂ ਤੱਕ ਹੋਇਆ ਕਿ ਉਹਨਾਂ ਆਖਿਆ ਜੀ ਇਹ ਪੜੋਲਾ ਜਿਹੜਾ ਹੈ ਬੜੀ ਜਗ੍ਹਾ ਮਿਲਦਾ, ਯਾਨੀ ਜਿਹਨੇ ਤੁਹਾਨੂੰ ਸਾਰਾ ਸਾਲ ਘਰੋਂ ਕੱਢ ਕੇ ਅਤੇ ਦਾਣੇ ਦੇਣੇ ਨੇ ਔਰ ਤੁਹਾਨੂੰ ਤੁਹਾਡੀ ਜਿਹੜੀ ਰੋਟੀ ਦੀ ਗਰੰਟੀ ਜਿਸ ਔਜ਼ਾਰ ਨਾਲ ਜਾਂ ਜਿਸ ਇੰਸਟਰੂਮੈਂਟ ਨਾਲ ਵਾਬਸਤਾ ਹੈ, ਤੁਸੀਂ ਉਹਨੂੰ ਘਰੋਂ ਦੇਸ ਨਿਕਾਲਾ ਦਿੱਤਾ। ਫਿਰ ਅਜਨਾਸ ਨੂੰ, ਜਿਨਸਾਂ ਦੀ ਜਿਹੜੀਆਂ ਮਤਲਬ ਚਨੇ, ਦਾਲਾਂ, ਇਹਨਾਂ ਦੇ ਵਾਸਤੇ ਇੱਕ ਪਾਲੀਆਂ ਹੁੰਦੀਆਂ ਸਨ, ਯਾਨੀ ਮਿੱਟੀ ਦੇ ਭਾਂਡੇ, ਮਿੱਟੀ ਦੀਆਂ ਚਾਟੀਆਂ, ਉਹਨਾਂ ਦੀਆਂ ਪਾਲਾਂ ਜੁੜੀਆਂ। ਪਾਲ ਕਹਿੰਦੇ ਨੇ ਕਿ ਪਾਇਲ ਵੀ ਅੰਗਰੇਜ਼ੀ 'ਚ ਨਾ ਕਿ ਪਾਇਲਸ ਆਫ ਫਲਾਮ, ਉਹਦੇ ਉਸੇ ਤਰ੍ਹਾਂ ਹੀ ਇਹ ਪਾਲੀਆਂ ਵੀ ਜਿਹੜੀਆਂ ਸਨ, ਇੱਕ ਦੇ ਉੱਤੇ ਦੂਜੀ ਦੇ ਉੱਤੇ ਤੀਜੀ। ਆਪਣੇ ਵੀ ਸਾਨੂੰ ਪੁਰਾਣੇ ਘਰ ਦਾ ਯਾਦ ਹੈ ਜਿਹਦੇ 'ਚ ਸਾਡੀ ਪੈਦਾਇਸ਼ ਹੋਈ ਸੀ ਕਿ ਉਹਨਾਂ ਦੇ ਵਿੱਚ ਸਭ ਤੋਂ ਥੱਲੇ ਇੱਕ ਕੜਵੰਜੀ ਹੁੰਦੀ ਹੈ ਛੋਟੀ ਜਿਹੀ, ਸੱਚਾ ਜਿਹਾ, ਉਹਦੇ ਉੱਤੇ ਫਿਰ 1 2 3 4 ਉਹਨਾਂ ਪਾਲੀਆਂ ਦੇ ਵਿੱਚ ਕਾਲੇ ਚਨੇ, ਦਾਲਾਂ, ਫਿਰ ਆਪਣਾ ਗੁੜ, ਇਹ ਸਾਰੀਆਂ ਚੀਜ਼ਾਂ ਘਰ 'ਚ ਅਵੇਲੇਬਲ ਹੁੰਦੀਆਂ ਸਨ। ਸਾਨੂੰ ਸਿਰਫ ਇਹ ਸਮਝ ਨਹੀਂ ਆਈ ਕਿ ਜਿਹੜੀ ਮਤਲਬ ਤਰੱਕੀ ਦੇ ਜਿਹੜੇ ਇਸਤਾਰੇ ਜਾਂ ਇੰਡੀਕੇਟਰਸ ਨੇ, ਇਹ ਚੂੰਕਿ ਜਾਅਲੀ ਤਰੱਕੀ, ਉਹ ਮੁੰਨੂ ਭਾਈ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਗਜ਼ਲ ਲਿਖੀ ਸੀ, ਨਜ਼ਮ ਪੰਜਾਬੀ ਦੀ, ਉਹਦੇ 'ਚ ਉਹਨਾਂ ਲਿਖਿਆ ਸਭ ਤੋਂ ਵੱਡੀ ਦੁਸ਼ਮਣ ਸਾਡੀ ਅਨਮਿਲ ਅਤੇ ਬੇਜੋੜ ਤਰੱਕੀ। ਅਨਮਿਲ ਯਾਨੀ ਜਿਹੜੀ ਨਾਨ ਮੈਚਿੰਗ, ਜਿਹਦੇ ਆਪਸ 'ਚ ਸਿਰੇ ਮਿਲਦੇ ਨਹੀਂ ਪਏ। ਸਭ ਤੋਂ ਵੱਡੀ ਦੁਸ਼ਮਣ ਸਾਡੀ ਅਨਮਿਲ ਅਤੇ ਬੇਜੋੜ ਤਰੱਕੀ, ਮੋਟਰਵੇ ਤੋਂ 5 ਕਦਮਾਂ 'ਤੇ 5 ਸਦੀਆਂ ਪਹਿਲਾਂ ਦਾ ਚਰਖਾ, 6 ਸਦੀਆਂ ਪਹਿਲਾਂ ਦੀ ਚੱਕੀ। ਇਸੇ ਤਰ੍ਹਾਂ ਇੱਕ ਰਿਵਾਜ ਦੇ ਤੌਰ 'ਤੇ ਚੀਜ਼ ਲੈਣੀ, ਉਹਨੂੰ ਕਾਪੀ ਕਰਨਾ, ਉਹਦੀ ਨਕਲ ਮਾਰਨੀ, ਉਹਦੀ ਰੀਸ ਕਰਨੀ, ਲੇਕਿਨ ਉਸ ਰੀਸ ਦੇ ਚੱਕਰ ਵਿੱਚ ਇਹ ਨਹੀਂ ਵੇਖਣਾ ਕਿ ਇੱਕ ਸ਼ੈ ਲੈਂਦਿਆਂ ਹੱਥੋਂ ਕੀ ਗਿਆ। ਇਸ ਜਿੰਨਾ ਪਿਛਲੇ ਇੱਕ ਹਫ਼ਤੇ ਦੇ ਵਿੱਚ ਜਿਤਨੀ ਅਸਾਂ ਮਹਿੰਗਾਈ ਔਰ ख़ਾਸ ਤੌਰ 'ਤੇ
ਜਿਹੜੀ ਭੁੱਖ ਵਾਸਤੇ ਥ੍ਰੈਟ, ਮਤਲਬ ਕਿ ਜਦੋਂ ਜਿਹੜੇ ਵੇਲੇ ਭੁੱਖ ਸਾਹਮਣੇ ਪੈ ਜਾਏ ਨਾ, ਕਹਿਤ ਦੀ ਜਾਂ ਅਦਮ ਦਸਤਿਆਬੀ ਸ਼ੈਵਾਂ ਹੈ ਹੀ ਕੋਈ ਨਹੀਂ ਨੇ। ਪਹਿਲਾਂ ਤਾਂ ਕੋਈ ਬੰਦਿਆਂ ਬਹਿ ਕੇ ਸੋਚਣ ਵਾਲੇ ਹੋਣ ਤਾਂ ਉਹਨਾਂ ਸੋਚਿਆ ਹੀ ਹੋਵੇਗਾ ਕਿ ਸਾਡੇ ਮੁਲਕ ਨੂੰ ਲੋੜ ਕੀ ਪਈ, ਜ਼ਰਾਇਤੀ ਮੁਲਕ ਹੈ, ਉਹਦੇ 'ਚ ਇੰਨਾ ਹੀ ਕਾਲ ਪੈ ਗਿਆ, ਇੰਨਾ ਹੀ ਉਹਦੇ 'ਚੋਂ ਮਤਲਬ ਕਿ ਕਹਿਤ ਪੈ ਗਿਆ ਕਿ ਕਣਕ ਉਹਨਾਂ ਨੂੰ ਬਾਹਰੋਂ ਮੰਗਵਾਉਣੀ ਪੈ ਰਹੀ ਹੈ। ਜੇ ਕੋਈ ਬੰਦਾ ਇੱਥੇ ਸੋਚਣ ਵਾਲਾ ਹੋਵੇ ਜਾਂ ਜੇ ਕਿਸੇ ਨੇ ਵਾਕਈ ਗੌਰ ਕਰਨਾ ਹੋਵੇ, ਇਦੋਂ ਵੱਡੀ ਲਾਨਤ ਕਿਹੜੀ ਹੈ, ਇਦੋਂ ਵੱਡੀ ਨਮੋਸ਼ੀ ਕਿਹੜੀ ਹੈ ਕਿ ਜ਼ਰੀ ਮੁਲਕ, ਜ਼ਿਆਦਾਤਰ ਜ਼ਿਮੀਂਦਾਰ ਫੈਮਲੀਆਂ, ਮੁਰੱਬਿਆਂ ਦੇ ਮੁਰੱਬੇ 'ਤੇ ਹਜ਼ਾਰਾਂ ਕਿੱਲਿਆਂ ਦੀ ਮਲਕੀਅਤ ਲੋਕਾਂ ਦੀ। ਜਹਾਂਗੀਰ ਤਰੀਨ ਵਰਗੇ ਜਿਹੜੇ ਨੇ 36 ਹਜ਼ਾਰ ਕਿੱਲਾ ਜਿਹੜਾ ਉਹ ਠੇਕੇ 'ਤੇ ਲੈਂਦੇ ਨੇ, ਔਰ ਠੇਕੇ ਵੀ ਉਹਨਾਂ ਨੂੰ ਫਿਰ ਉਹ ਰਿਆਇਤੀ। ਲੇਕਿਨ ਕਣਕ ਜਿਹੜੀ ਹੈ ਉਹ ਜੀ ਸਾਡੀ ਹੁਣ ਕਰਾਚੀ ਬੰਦਰਗਾਹ 'ਤੇ ਕਣਕ ਉਤਰਨੀ ਸ਼ੁਰੂ ਹੋ ਗਈ। ਜਿਹੜੀ ਖੁਸ਼ਖਬਰੀ ਦੇ ਰਹੇ ਹੋ ਉਹ ਹੀ ਤਾਂ ਸਭ ਤੋਂ ਵੱਡੀ ਨਮੋਸ਼ੀ ਦੀ ਗੱਲ ਹੈ, ਉਹ ਹੀ ਤਾਂ ਸਭ ਤੋਂ ਵੱਡੀ ਨੌਸਤ ਹੈ ਤੁਹਾਡੇ ਵਾਸਤੇ। ਅਗਲੀ ਗੱਲ, ਕਿਸੇ ਨੇ ਐਜੂਕੇਟ ਕੀਤਾ ਪਬਲਿਕ ਨੂੰ, ਮਤਲਬ 10 ਮਰਲੇ ਦੀ ਜਗ੍ਹਾ ਜਿਹੜੀ ਹੈ ਨਾ, ਉਹ 4 ਫੈਮਲੀਆਂ ਨੂੰ ਪੂਰੇ ਸੀਜ਼ਨਸ ਦੀਆਂ ਸਬਜ਼ੀਆਂ ਪ੍ਰੋਵਾਈਡ ਕਰਨ ਵਾਸਤੇ ਕਾਫੀ ਹੈ। 1.5 ਮਰਲੇ ਦੀ ਸਪੇਸ ਜਿਹੜੀ ਹੈ ਇਸ ਵਕਤ ਇੱਕ ਵਿਹੜੇ ਦੀ, ਉਹ ਟਮਾਟਰ ਔਰ ਸਬਜ਼ ਮਿਰਚ ਜਿਹੜੀ ਹੈ ਉਹ ਪੂਰੀ ਫੈਮਲੀ ਨੂੰ ਪ੍ਰੋਵਾਈਡ ਕਰਨ ਵਾਸਤੇ ਕਾਫੀ ਹੈ। ਲੇਕਿਨ ਇੰਜ ਸੋਚਿਆ ਜੋ ਕਿਸੇ ਨੇ, ਜਿਸ ਤਰ੍ਹਾਂ ਝੂਠ 'ਤੇ ਪਾਇਆ ਗਿਆ, ਟਿਊਨ ਕੀਤਾ ਗਿਆ, ਝੂਠ ਦਾ ਫੀਡਰ 'ਤੇ ਲਾਇਆ ਗਿਆ, ਇਸੇ ਤਰ੍ਹਾਂ ਜਾਲੀ ਤਰਜ਼ੇ ਜ਼ਿੰਦਗੀ ਦੇ ਜਿਹੜੇ ਹੈ ਨੇ ਨਾ ਸਿਰੀਲੈਕ, ਉਹਨਾਂ 'ਤੇ ਪੂਰੀ ਕੌਮ ਚੁੱਕ ਕੇ ਪਾ ਦਿੱਤੀ ਗਈ। ਔਰ ਵਨ ਸਵੰਨੇ ਨਾਂ ਬਾਹਰੋਂ ਸੁਣਨੇ ਨੇ, ਮੇਰੇ ਲਹੂ में जिनका कोई जायका नहीं, उर्दू के शायर ने उबैदुल्लाह अलीम, मेरे लहू में जिनका कोई जायका नहीं, देखूं वही मैं ख्वाब पुराने कहाँ तलक। असल ते जुल्म ये होया कि जेड़े आम तौर पर जिस वक्त सीरी दा ते मुजारे दा ते एक दूजे दे उत्ते डिपेंडेंट होने दा कल्चर सी, उदों इन्नी भुख नहीं सी। ये चंगी रोज़गार की तरक्की है, तो मतलब कि जिस वेले इन्होंने मैट्रो थी, हुण तो ऑरेंज ट्रेन आ गई, जो मैट्रो चली तो उन्होंने दिनों साढ़े एक दोस्त ने इस्लामाबाद कमर जमान साहब, पंजाबी दे बहुत अच्छे शायर, मंजी हुई बोलियां लिखते हैं, उन्होंने दिनों एक लिखी बोलियां लिखियां और मैनू ज़हन च आ रही ने 2-4 उन्होंने गल्लां, और सारियां उन्होंने जमालियात नूं दूजे नंबर ते रख के, हालांकि जमालियात दे भी उन्होंने बहुत अच्छा ज़ौक है, बहुत अच्छा ज़ौक है। मैं पहला उन्होंने दियां समाजियात दी और समाजी मसाइल और सोशियोलॉजिकल परसपैक्टिव दे विच लिखियां हुई 2-3 बोलियां दे बाद तुहानूं उन्हां दी रोमांटिक और जमालियाती बोली भी दसांगा। ਜਦੋਂ ਮੈਟਰੋ ਨਵੀਂ ਚੱਲੀ, ਰੌਲਾ ਪਿਆ ਜੀ ਸ਼ਬਾਸ਼ ਸ਼ਰੀਫ ਨੇ ਮੈਟਰੋ ਚਲਾ ਲਈ, ਉਹਨਾਂ ਨੇ ਉਹਨਾਂ ਦਿਨਾਂ 'ਚ ਆਖਿਆ ਕਿ ਪੰਧ ਮੁੱਕਦਾ ਨਜ਼ਰ ਨਹੀਂ ਆਉਂਦਾ ਵੇ ਮੈਟਰੋ ਚਲਾਉਣ ਵਾਲਿਆ, ਪੰਧ ਮੁੱਕਦਾ ਨਜ਼ਰ ਨਹੀਂ ਆਉਂਦਾ ਵੇ ਮੈਟਰੋ ਚਲਾਉਣ ਵਾਲਿਆ। ਔਰ ਅੱਗੇ ਲਿਖਿਆ ਉਹਨਾਂ ਨੇ ਕਿ ਅਸਾਂ ਕਾਠ ਦੇ ਊਠ ਬਣਾਏ ਤੇ ਭਾਰ ਸਾਰੇ ਆਪ ਚੁੱਕ ਲਏ। ਇਹ ਜਿੰਨੇ ਤੁਹਾਡੇ ਕਾਠ ਦੇ ਊਠ ਨੇ ਨਾ, ਕਿ ਜਿਹੜੇ ਤੁਹਾਡੇ ਲੀਡਰਸ ਵੀ ਨੇ, ਤੁਹਾਡੇ ਸਾਰਾ ਕੁਝ ਨੇ, ਅਸੀਂ ਕਾਠ ਦੇ ਊਠ ਬਣਾਏ, ਲੱਕੜੀ ਦੇ ਊਠ ਬਣਾਏ ਤੇ ਭਾਰ ਸਾਰੇ ਆਪ ਚੁੱਕ ਲਏ। ਫਿਰ ਉਹ ਕਹਿੰਦੇ ਕਿ ਰਾਹ ਡੱਕ ਲਏ ਬਲੋਰੀ ਬਰਫਾਂ ਤੇ ਫਿਰ ਮੇਰੀ ਅੱਖ ਟੁਰ ਪਈ। ਔਰ ਜਮਾਲੀਆਤੀ ਬੋਲੀ ਉਹਨਾਂ ਦੀ ਕਿ ਗੋਰੀ ਖਿੱਚ ਕੇ ਪਰਾਂਦੇ ਵਿੱਚੋਂ ਧਾਗਾ ਤੇ ਰਾਤ ਨਾਲ ਵੈਰ ਪਾ ਲਿਆ। ਉਹਦੇ 'ਚ ਗੱਲ ਉੱਥੋਂ ਆਈ ਸੀ ਕਿ ਪੰਧ ਮੁੱਕਦਾ ਨਜ਼ਰ ਨਹੀਂ ਆਉਂਦਾ ਵੇ ਮੈਟਰੋ ਚਲਾਉਣ ਵਾਲਿਆ। ਇਸ ਵਕਤ ਮੈਟਰੋ ਤੇ ਔਰੇਂਜ ਟ੍ਰੇਨ ਤੇ ਵੱਡੇ ਜਿਹੜੇ ਡਿਵੈਲਪਮੈਂਟ ਦੇ ਤੇ ਤਰੱਕੀ ਦੇ ਇੰਡੀਕੇਟਰਸ ਔਰ ਇਸ਼ਾਰੀਏ ਨੇ, ਉਹਨਾਂ 'ਤੇ ਗੁਫ਼ਤਗੂ ਚੱਲ ਰਹੀ ਹੈ, ਲੇਕਿਨ ਕਣਕ ਇੰਪੋਰਟ ਹੋ ਰਹੀ ਹੈ।
ਜਦੋਂ ਤੱਕ ਜਿਹੜੀ ਇੱਕ ਬੁਨਿਆਦੀ ਜ਼ਰੂਰਤ ਹੈ, ਕਿਸੇ ਜ਼ਮਾਨੇ ਦੇ ਵਿੱਚ ਕੀ ਬਲਕਿ ਸ਼ਾਇਦ ਹੁਣ ਤੱਕ ਵੀ ਇਹ ਰੂਟੀਨ ਸੀ ਕਿ ਜਦੋਂ ਕੱਚਾ ਪੱਕਾ ਸਾਡਾ ਰਬਾ ਸ਼ਹਿਰ ਆਬਾਦ ਹੋਇਆ ਤਾਂ ਉਹਦੇ ਜਿਹੜੇ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਸਨ, ਸਟਾਫ ਸੀ ਰੈਗੂਲਰ ਜਮਾਤੀ ਇਦਾਰਿਆਂ ਦਾ, ਉਹਨਾਂ ਦੀ ਇੱਕ ਹੁੰਦਾ ਸੀ ਕਿ ਸਾਲ ਦੇ ਵਿੱਚ ਉਹਨਾਂ ਨੂੰ ਗੰਦਮ ਇਕੱਠੀ ਖਰੀਦਦਾਰੀ ਕਰਕੇ ਪ੍ਰੋਵਾਈਡ ਕਰ ਦਿੱਤੀ ਜਾਂਦੀ ਸੀ ਫੀ ਕਸ ਦੇ ਹਿਸਾਬ ਨਾਲ। ਔਰ ਤੁਸੀਂ ਅੱਜ ਵੀ ਵੇਖ ਲਓ ਕਿ ਅਗਰ ਤੁਹਾਨੂੰ ਇਹ ਪਤਾ ਹੈ ਕਿ ਢਿੱਡ ਭਰਨ ਵਾਸਤੇ ਰੋਟੀ ਮੌਜੂਦ ਹੈ ਅਤੇ ਫਿਰ ਉਹਦੇ ਲਵਾਜ਼ਮਾਤ ਜਿਹੜੇ ਨੇ ਉਹਨਾਂ ਦੇ ਉੱਤੇ ਕੰਪਰੋਮਾਈਜ਼ ਹੋ ਸਕਦਾ। ਲੇਕਿਨ ਜਦੋਂ ਬੁਨਿਆਦੀ ਚੀਜ਼ ਅਵੇਲੇਬਲ ਨਹੀਂ ਅਤੇ ਲਵਾਜ਼ਮਾਤ ਦੀ ਉੱਥੇ ਬਹਿਸ ਹੀ ਕਿਹੜੀ। ਪੜੋਲੇ ਦੇ ਉੱਤੇ ਮੈਂ ਅਰਜ਼ ਕੀਤੀ ਸੀ ਕਿ ਪੜੋਲਾ ਇੱਕ ਸਿਕਿਉਰਿਟੀ ਸੀ, ਇੱਕ ਐਸੀ ਤਰਜੀਹ ਸੀ ਕਿ ਉਸ ਤਰਜੀਹ ਦੇ ਉੱਤੇ ਬੁਨਿਆਦ ਰੱਖ ਕੇ ਅਤੇ ਤੁਸੀਂ ਛੋਟੇ ਫੈਮਿਲੀ ਸਟਰਕਚਰ ਦੀ ਰੋਜ਼ਮर्रा ਦੀ ਜਿਹੜੀ ਖਾਣ ਪੀਣ ਦੀ ਜ਼ਰੂਰਤ ਹੈ ਉਹਦੀ ਇੱਕ ਤਰ੍ਹਾਂ ਦੀ ਗਾਰੰਟੀ ਔਰ ਜ਼ਮਾਨਤ ਸੀ। ਪਤਾ ਨਹੀਂ ਕਦੋਂ ਸੁਸਾਇਟੀ ਉਸ ਪਾਸੇ ਵਾਪਸ ਜਾਏਗੀ, ਲੇਕਿਨ ਪੜੋਲਾ ਘਰੋਂ ਕੱਢ ਕੇ ਅਤੇ ਕਣਕ ਹੁਣ ਤੁਹਾਨੂੰ ਰਸ਼ੀਆ ਤੋਂ ਮੰਗਵਾਉਣੀ ਪੈ ਰਹੀ ਹੈ। ਅਗਰ ਪੜੋਲੇ ਨੂੰ ਤੁਸੀਂ ਜਗ੍ਹਾ ਦੇ ਦਿੰਦੇ ਘਰ, ਜਿਸ ਤਰ੍ਹਾਂ ਤੁਸੀਂ ਹੁਣ ਮੈਨੂੰ ਉੱਥੇ ਪਿੰਡੀ ਕਿਸੇ ਦੋਸਤ ਨੇ ਜਦੋਂ ਹੁੰਦੇ ਸਨ, ਸਰ ਸੈਦ ਖਿਆਬਾਨ ਸਰ ਸੈਦ 'ਚ ਉਹਨੇ ਘਰ ਬਣਾਇਆ ਅਤੇ ਉਹ ਜਿਵੇਂ ਦਾਵਤ ਦਿੱਤੀ, ਲਓ ਜੀ ਘਰ ਮੈਂ ਬਣਾਇਆ ਅਤੇ ਆਓ ਜੀ, ਅਤੇ ਅਸੀਂ ਵੇਖਣ ਗਏ ਬੈਠੇ, ਉਹਨੇ ਸਾਰਾ ਕੋਈ 13-14 ਬੈਡਰੂਮ ਦੇ ਥੱਲੇ ਜੀ ਇਹ 3 ਮੰਜ਼ਲਾ ਸੀ ਅਤੇ ਜਿਸ ਵੇਲੇ ਥੱਲੇ ਆ ਕੇ ਬੈਠੇ ਹਾਂ ਚਾਹ ਸ਼ਾਹ ਪੀ ਰਹੇ ਹਨ ਅਤੇ ਉਹ ਬੜਾ ਢੋਲ ਲਾ ਕੇ ਨਾ ਅਤੇ ਬਾਂਹ ਲੰਮੀ ਕਰਕੇ ਸੋਫੇ 'ਤੇ ਉਹਨੇ ਕਿਹਾ ਜੀ ਬਸ ਭੱਟੀ ਸਾਹਿਬ ਬੱਚੇ ਜਿਹੜੇ ਨਾ ਮੇਰੇ ਉਹ ਪੜ੍ਹਦੇ ਨਹੀਂ ਨੇ, ਅੱਛਾ ਤਾਲੀਮ ਦੇ ਵਿੱਚ ਇਹਨਾਂ ਨੂੰ ਕੋਈ ਅੱਛੀ ਪ੍ਰੋਗਰੈਸ ਨਹੀਂ। ਮੈਂ ਤਾਂ ਦੇਖੋ ਉਹਨਾਂ ਵਾਸਤੇ ਕੀ ਕੁਝ ਕੀਤਾ। ਮੈਂ ਆਖਿਆ ਜੀ ਉਹਨਾਂ ਨੂੰ ਜ਼ਰੂਰਤ ਕੀ ਹੈ ਪੜ੍ਹਨ ਦੀ, ਕਿਉਂ ਪੜ੍ਹਨ? ਆਖਿਆ ਜੀ ਕੀ ਮਤਲਬ? ਮੈਂ ਮਤਲਬ ਇਹ ਵੇ ਕਿ ਤੁਸੀਂ ਇਹ 3 ਮੰਜ਼ਲਾ ਘਰ ਵਿਖਾਇਆ, 13 ਬੈਡਰੂਮ ਵਿਖਾਏ ਨੇ ਤੁਸੀਂ, ਮਾਰਬਲ ਅਤੇ ਪਤਾ ਨਹੀਂ ਕੀ ਇੱਕ ਬਾਥਰੂਮ ਕਿੰਨੇ ਦੇ ਉਹਦੇ ਤੁਸੀਂ ਵਿਖਾਏ ਨੇ। ਸਾਰੇ ਘਰ 'ਚ ਅਗਰ ਨਹੀਂ ਸੀ ਤੁਹਾਡੇ 'ਚ ਕਿਤਾਬਾਂ ਵਾਲੀ ਅਲਮਾਰੀ, ਤੁਹਾਡੇ ਘਰ ਕੋਈ ਨਹੀਂ ਸੀ। ਕਿਸੇ ਜਗ੍ਹਾ 'ਤੇ ਨਾ ਡਰਾਇੰਗ ਰੂਮ ਵਿੱਚ ਨਾ ਕਿਸੇ ਬੈਡਰੂਮ ਵਿੱਚ ਬੁੱਕ ਰੈਕਸ ਨਹੀਂ ਵੇਖੇ ਤੁਹਾਡੇ ਘਰ। ਅਤੇ ਜੇ ਤੁਹਾਡੇ ਘਰ 'ਚ ਕਿਤਾਬ ਵਾਸਤੇ ਜਗ੍ਹਾ ਕੋਈ ਨਹੀਂ ਅਤੇ ਤੁਹਾਡੇ ਬੱਚਿਆਂ ਦਾ ਦਿਮਾਗ ਖਰਾਬ ਹੈ ਕਿ ਉਹ ਇਲਮ ਹਾਸਲ ਕਰਨ ਨੂੰ ਜ਼ਰੂਰਤ ਕੀ ਹੈ ਪੜ੍ਹਨ ਦੀ। ਤੁਸੀਂ ਜਿਹੜੀ ਚੀਜ਼ ਤੋਂ ਉਹਨਾਂ ਨੂੰ ਪਾਇਆ ਉਹਦੇ ਮੁਤਾਬਕ ਉਹ ਆਪੇ, ਅੱਜ ਤੁਸੀਂ ਉੱਥੇ ਰਾਜਾ ਬਾਜ਼ਾਰ ਕੰਮ ਕਰਦੇ ਹੋ, ਕੱਲ੍ਹ ਨੂੰ ਉਹ ਵੀ ਉੱਥੇ ਕੋਈ ਆਪਣੀ ਆੜਤ ਦੁਕਾਨ ਬਣਾ ਲੈਣਗੇ, ਬਸ ਗੱਲ ਖਤਮ। ਗੱਲ ਇਹ ਵੇ ਕਿ ਪੜੋਲਾ ਘਰੋਂ ਕੱਢ ਕੇ ਅਤੇ ਤੁਹਾਨੂੰ ਹੁਣ ਕਣਕਾਂ ਇੰਪੋਰਟ ਕਰਨੀਆਂ ਪੈ ਰਹੀਆਂ ਨੇ। ਦੂਸਰੇ ਨੰਬਰ 'ਤੇ ਸਾਡੇ ਉੱਥੇ ਦੋਸਤ ਨੇ ਸਾਜਿਦ ਇਕਬਾਲ ਸੰਧੂ ਐਗਰੀਕਲਚਰ ਯੂਨੀਵਰਸਿਟੀ ਦੇ, ਉਹਨਾਂ ਸਿੰਗਲ ਹੈਂਡਡਲੀ ਕਿਸੇ ਨੂੰ ਉਹ ਪਪੀਤਾ ਲਾਉਣ ਦੀ ਜਾਚ ਸਿਖਾ ਰਹੇ ਨੇ, ਕਿਸੇ ਨੂੰ ਉਹ ਦੱਸ ਰਹੇ ਨੇ ਕਿ ਤੁਸੀਂ ਟਮਾਟਰ ਕਿਸ ਤਰ੍ਹਾਂ ਮੈਕਸੀਮਮ ਫਸਲ ਲੈ ਸਕਦੇ ਹੋ। ਕਦੀ ਸਿੰਧ ਟੁਰੇ ਹੁੰਦੇ ਨੇ, ਉੱਥੇ ਜਾ ਕੇ ਦੱਸਦੇ ਨੇ ਕਿ ਕਿਸ ਤਰ੍ਹਾਂ ਫਲਦਾਰ ਅਤੇ ਕਿਹੜੇ ਦਰਖਤ ਜਿਹੜੇ ਨੇ ਉਹ ਤੁਹਾਨੂੰ ਜ਼ਿਆਦਾ ਫਾਇਦਾ ਦੇਣ ਦੇ। ਕਿਸੇ ਜਗ੍ਹਾ 'ਤੇ ਜਾ ਕੇ ਅਤੇ ਉਹ ਹਾਈਬ੍ਰਿਡ ਬੀਜਾਂ ਦਾ ਤਜਰਬਾ ਦੇ ਕੇ ਖੀਰੇ ਦੀ ਫਸਲ ਦੱਸ ਰਹੇ ਹੁੰਦੇ ਨੇ। ਅੱਜ ਹਾਲਤ ਇਹ ਹੋ ਚੁੱਕੀ ਹੈ ਕਿ ਅੱਜ ਦੇ ਪ੍ਰੋਗਰਾਮ ਵਿੱਚ ਅਗਰ ਅਸੀਂ ਫਸਲ ਦੇ ਉੱਤੇ ਗੱਲ ਕੀਤੀ ਹੈ, ਤੁਸੀਂ ਆਪਣੇ ਢਿੱਡ ਨੂੰ ਆਪਣੇ ਆਪ ਨੂੰ ਪੁੱਛ ਕੇ ਵੇਖ ਲਿਆ ਜੇ, ਤੁਸੀਂ ਸਾਰੇ ਹੁਣ ਪਾ ਉਡੀਕਦੇ ਹੋ ਕਿ ਅੱਛਾ ਅੱਜ ਤਾਂ ਫਿਰ ਐਵੇਂ ਫਸਲਾਂ ਦੀ ਗੱਲ ਹੀ ਹੈ। ਯਾਨੀ ਮਸਲਾ ਜਿਹੜਾ ਲੋਕ ਭੁੱਖ ਨਾਲ ਮਰਨ ਵਾਲੇ ਸਟੇਜ 'ਤੇ ਜਾ ਚੁੱਕੇ ਨੇ। ਮਹਿੰਗਾਈ ਰੋਟੀ 30 ਰੁਪਏ ਦੀ ਹੋ ਗਈ ਹੈ, ਲੇਕਿਨ ਸਾਡਾ ਜਨਰਲ ਜਿਹੜਾ ਮੈਂਟਲ ਐਟੀਟਿਊਡ ਹੈ ਉਹ ਇੰਝ ਤਾਂ ਬਣ ਚੁੱਕਿਆ ਕਿ ਹੁਣ ਵੀ ਪਬਲਿਕ ਦੀ ਖਾਹਿਸ਼ ਇਹ ਵੇ ਕਿ PDM 'ਤੇ ਗੱਲ ਕੀਤੀ ਜਾਏ। ਉਹ ਕਿੱਥੇ ਟੁਰ ਗਈ, ਮਰੀਮ ਕਿੱਧਰ ਟੁਰ ਗਈ ਅਤੇ ਬਿਲਾਵਲ ਕਿੱਧਰੋਂ ਆ ਗਿਆ, ਜਿਨ੍ਹਾਂ ਦਾ ਸਾਡੇ ਨਾਲ ਵਾਸਤਾ ਹੀ ਕੋਈ ਨਹੀਂ, ਜਿਨ੍ਹਾਂ ਦਾ ਸਾਡੇ ਮਸਲਿਆਂ ਨਾਲ ਜੋੜ ਹੀ ਕੋਈ ਨਹੀਂ। ਆਮ ਪਬਲਿਕ ਦੀ ਬਦਕਿਸਮਤੀ ਇੱਥੋਂ ਤੱਕ ਪਹੁੰਚ ਗਈ ਹੈ ਕਿ ਹੁਣ ਉਹ ਪਬਲਿਕ ਵੀ ਆਪਣਾ ਮਸਲਾ ਡਿਸਕਸ ਕਰਨ ਦੀ ਬਜਾਏ ਉਹ PDM ਦੇ ਅਗਲੇ ਜਲਸੇ ਵਾਸਤੇ ਆਪਣੀਆਂ ਸਮਾਤਾਂ ਟਿਊਨ ਕਰਕੇ ਬੈਠੀ ਹੈ ਟੈਲੀਵਿਜ਼ਨਾਂ 'ਤੇ, ਟਾਕ ਸ਼ੋਜ਼ 'ਤੇ। ਔਰ ਟਾਕ ਸ਼ੋਜ਼ ਵਾਲੇ ਕਿੰਨਿਆਂ ਨੂੰ ਤੁਸੀਂ ਕਦੀ ਸੁਣਿਆ ਕਿ ਇਸ ਗੱਲ ਨੂੰ ਪ੍ਰਮੋਟ ਕਰਨ ਕਿ ਅਸੀਂ ਆਪਣੇ ਸੇਨ ਦੇ ਅੰਦਰ, ਆਪਣੇ ਵਿਹੜੇ ਦੇ ਅੰਦਰ, ਆਪਣੇ ਬਿਲਕੁਲ ਇਮੀਡੀਏਟ ਵਿਸਿਨਿਟੀ ਦੇ ਵਿੱਚ ਜਿਹੜੀ ਥੋੜ੍ਹੀ ਜਿਹੀ ਜਗ੍ਹਾ ਅਵੇਲੇਬਲ ਹੋਵੇ। ਇਹ ਕਲਚਰ ਆਮ ਕਰਕੇ ਅਸੀਂ
ਜਿਹੜੀ ਇਸ ਵਕਤ ਮਹਿੰਗਾਈ ਦਾ ਕਿ ਕਿਸੇ ਵੱਡੇ ਇਕੋਨੋਮਿਸਟ ਜਿਹੜੇ ਨੇ ਉਹਨਾਂ ਨੂੰ ਤਾਂ ਤੁਸੀਂ ਵੈਸੇ ਹੀ ਦੇਸ਼ ਨਿਕਾਲਾ ਜਿਵੇਂ ਭੜੋਲੇ ਨੂੰ ਦਿੱਤਾ ਨਾ, ਇਸੇ ਤਰ੍ਹਾਂ ਅੱਛੀ ਸੋਚ ਨੂੰ ਵੀ ਤੁਸੀਂ ਨਾਲ ਹੀ ਠੋਕਰ ਮਾਰ ਦਿੱਤੀ ਹੈ। ਜਿਵੇਂ ਉਹ IBM ਦਾ ਉੱਥੇ ਕਰਾਚੀ ਦਾ ਬੜਾ ਵੱਡਾ ਇਦਾਰਾ, ਪਿਛਲੇ ਪ੍ਰੋਗਰਾਮ 'ਚ ਵੀ ਗੱਲ ਹੋਈ ਸੀ ਕਿ ਡਾਕਟਰ ਆਤਿਫ ਮੀਆਂ ਨੇ ਤੁਹਾਨੂੰ ਇਹੋ ਜਿਹੀਆਂ ਬੀਨਾਂ ਕੋਈ ਨਹੀਂ ਸਾਨੂੰ ਸੁਣਾਉਣੀਆਂ ਕਿ ਫਲਾਣਾ ਜੀ ਇੰਝ ਹੋ ਜਾਏਗਾ ਤਾਂ ਇਹ ਇਤਨੀਆਂ ਨੌਕਰੀਆਂ ਕ੍ਰੀਏਟ ਕਰ ਦਿਓ ਅਤੇ ਇੱਥੋਂ ਤਬਦੀਲੀ ਆ ਜਾਏਗੀ ਅਤੇ ਮੈਂ ਇਹ ਕਰ ਦਿਆਂ। ਉਹਨੇ ਤੁਹਾਨੂੰ ਹਾਰਡ ਕੋਰ ਰਿਐਲਿਟੀਜ਼ ਦੇ ਉੱਤੇ ਗੁਫ਼ਤਗੂ ਕਰਨੀ ਸੀ, ਜਿਹੜੀ ਤੁਹਾਡੀ ਸਿਚੁਏਸ਼ਨ ਨੇ, ਜਿਹੜੇ ਸਾਡੇ ਮਾਰੂਜ਼ੀ ਹਾਲਾਤ ਨੇ, ਜਿਹੜੀਆਂ ਸਾਡੀਆਂ ਓਬਜੈਕਟਿਵ ਸਾਹਮਣੇ ਟੱਚੇਬਲ ਰਿਐਲਿਟੀਜ਼ ਨੇ, ਜਿਨ੍ਹਾਂ ਨੂੰ ਹੱਥ ਲਾ ਕੇ ਵੇਖਿਆ ਜਾ ਸਕਦਾ, ਉਹ ਗੱਲ ਕਰਦਾ ਤਾਂ ਉਹਨੇ ਉਸ ਹਵਾਲੇ ਨਾਲ ਤੁਹਾਡੇ ਨਾਲ ਗੱਲ ਕਰਨੀ ਸੀ। ਉਹ ਤੁਸੀਂ ਸੁਣਦੇ ਅਤੇ ਤੁਹਾਡੇ ਇਹ ਜਿਹੜੇ ਬੀਨਾ ਸੁਣਾਉਣ ਵਾਲੇ ਨੇ ਤੁਹਾਨੂੰ ਵੰਨ ਸੁਵੰਨੀਆਂ ਬਾਂਸਰੀਆਂ, ਉਹਨਾਂ ਦੀਆਂ ਸਾਰੀ ਦੁਕਾਨਦਾਰੀ ਉਹਨਾਂ ਦੀ ਖਰਾਬ ਹੋਣੀ ਸੀ। ਇਸ ਵਾਸਤੇ ਹੁਣ ਇਸ ਵਕਤ ਉਹ ਵਕਤ ਆਇਆ ਪਿਆ, ਜੇ ਸਾਡੇ ਜਿਹੜੇ ਆ ਪੰਜਾਬੀ ਦਾ ਪ੍ਰੋਗਰਾਮ ਸੁਣ ਕੇ ਅਤੇ ਉਹਦੇ ਤੋਂ ਰਾਏ ਕਾਇਮ ਕਰਕੇ ਜਾਂ ਉਹਦੇ ਤੋਂ ਕੋਈ ਇਨਸਾਈਟ ਲੈਣਾ ਚਾਹੁੰਦੇ ਨੇ ਨਾ, ਮੈਂ ਉਹਨਾਂ ਨੂੰ 2 ਲਫ਼ਜ਼ਾਂ 'ਚ ਸਾਦੇ ਲਫ਼ਜ਼ਾਂ 'ਚ ਇੱਕ ਗੱਲ ਦੱਸ ਸਕਣਾ। ਪਹਿਲੀ ਗੱਲ, ਇਹ ਜਿਹੜੀ ਉਮੀਦ ਲਾ ਕੇ ਤੁਸੀਂ ਸਾਰਾ ਦਿਨ ਬੈਠੇ ਹੁੰਦੇ ਹੋ ਨਾ ਕਿ ਲਓ ਜੀ ਹੁਣ ਜਲੂਸ ਉੱਥੇ ਟੁਰ ਗਿਆ, ਹੁਣ ਅਗਲਾ ਜਲਸਾ ਉੱਥੇ ਹੋਣ ਲੱਗਾ, ਹੁਣ ਫਲਾਣਾ ਜਲਸਾ ਉੱਥੇ ਹੋਣ ਲੱਗਾ, ਹੁਣ ਫੌਜ ਨੂੰ ਇੰਝ ਕਰ ਦੇਣਾ, ਐਸਟੈਬਲਿਸ਼ਮੈਂਟ ਨੂੰ ਇੰਝ ਹੋ ਜਾਣਾ, ਇਹ ਹੋ ਜਾਣਾ, ਉਹ ਹੋ ਜਾਣਾ। ਪਹਿਲੀ ਤਾਂ ਗੱਲ ਇਹ ਵੇ ਕਿ ਐਸਟੈਬਲਿਸ਼ਮੈਂਟ ਔਰ ਫੌਜ ਦੇ ਰੂਲਿੰਗ ਕਲਾਸ ਨੂੰ ਨੰਗੀ ਲਫ਼ਜ਼ਾਂ ਦੇ ਵਿੱਚ ਥ੍ਰੈਟ ਕਰਨ ਦੇ ਬਾਅਦ ਇਹ ਹੁਣ ਖਾਲਿਸ ਸਿਆਸੀ ਸਿਨੈਰੀਓ ਦੀ ਗੱਲ ਜੇ। ਹੁਣ ਭੁੱਲ ਜਾਓ ਕਿ ਜਿਨ੍ਹਾਂ ਨੇ ਇੰਝ ਕਰਕੇ ਓਪਨ ਐਂਡਡਲੀ ਇਹਨਾਂ ਨੂੰ ਕਿਹਾ, ਹੁਣ ਉਹ ਸੱਪ ਦੇ ਮੂੰਹ 'ਚ ਕਿਰਲੀ ਆ ਗਈ ਹੈ। ਹੁਣ ਇਹਨਾਂ ਨੂੰ ਉਹ ਜੋ ਮਰਜ਼ੀ ਕਰ ਲੈਣ, ਇਹਨਾਂ ਨੂੰ ਉਹ ਸਾਰਾ ਸੈਟਅਪ ਵਾਪਸ ਨਹੀਂ ਦੇ ਸਕਦੇ। ਇਹ ਹੁਣ ਉਹਨਾਂ ਦੀ ਵੀ ਮਜਬੂਰੀ ਬਣ ਗਈ ਹੈ ਨਾ। ਇੱਕ ਚਾਲ ਐਸੀ ਚੱਲੀ ਜਾ ਚੁੱਕੀ ਹੈ ਨਾ, ਜੇ ਉਹਨਾਂ ਨੂੰ ਚੈੱਕਮੇਟ ਹੈ ਤਾਂ ਹੁਣ ਇਹਨਾਂ ਨੂੰ ਵੀ ਚੈੱਕਮੇਟ ਹੈ। ਦੂਜੀ ਗੱਲ ਇਹ ਵੇ ਕਿ ਤੁਹਾਡੇ ਨਾਲ ਤੁਹਾਡੇ ਗਵਾਂਢ, ਤੁਹਾਡਾ ਹਮਸਾਇਆ, ਉਹ ਅਮਰੀਕਾ ਨਾਲ ਐਸੇ ਪਿਛਲੇ 10-15 ਦਿਨਾਂ 'ਚ ਪ੍ਰੋਟੋਕੋਲ ਸਾਈਨ ਕਰ ਚੁੱਕਿਆ ਕਿ ਜਿਨ੍ਹਾਂ ਨੂੰ ਜ਼ਰਾ ਜਿਹੀ ਅਕਲ ਹੈ ਉਹਨਾਂ ਨੂੰ ਪਤਾ ਹੈ ਕਿ ਹੁਣ ਕਿਹਦੀਆਂ ਪੀਂਘਾਂ ਕਿਹਦੇ ਨਾਲ ਜ਼ਿਆਦਾ ਵੱਧ ਚੁੱਕੀਆਂ ਨੇ ਅਤੇ ਉਹਦਾ ਅਖੀਰ ਨੁਕਸਾਨ ਕਿਹਨਾਂ ਨੂੰ ਪਹੁੰਚਣਾ। ਤੀਸਰੇ ਨੰਬਰ 'ਤੇ ਇਹ ਗੱਲ ਹੈ ਕਿ ਇਹ ਜਿਨ੍ਹਾਂ ਦੀ ਨਕਲ ਮਾਰਦੇ ਨਾ ਪਏ ਕਿ ਜੇ ਅਸੀਂ ਜਮਹੂਰੀਅਤ ਅਤੇ ਆਈਨ ਦੀ ਬਾਲਾਦਸਤੀ ਵਾਸਤੇ ਤਹਿਰੀਕ ਚੱਲ ਗਈ ਹੈ, ਉਹ ਕੌਮਾਂ ਆਪਣੇ ਅਫਰਾਦ, ਉਹਨਾਂ ਦੀ ਰੋਟੀ ਵਾਸਤੇ 1000 ਬਲਕਿ ਲੱਖੂ ਏਕੜ ਦੀ ਜ਼ਮੀਨ ਨੂੰ ਬੈਰਨ ਛੱਡ ਕੇ, ਬਗੈਰ ਉਹਦਾ ਕੋਈ ਇੰਤਜ਼ਾਮੋ ਇੰਸਰਾਮ ਕੀਤਿਆਂ, ਬਗੈਰ ਕੋਈ ਉਹਦਾ ਪੁਰਸਾਨੇ ਹਾਲ ਨਹੀਂ ਉਸ ਜ਼ਮੀਨ ਦਾ, ਅਤੇ ਉਹ ਕਣਕਾਂ ਬਾਹਰੋਂ ਨਹੀਂ ਮੰਗਵਾਉਂਦੇ। ਉਹਨਾਂ ਦੀ ਲੀਡਰਸ਼ਿਪ ਆਪਣੀਆਂ ਰੋਜ਼ ਦੀਆਂ ਮੁਸੀਬਤਾਂ ਸਾਹਮਣੇ ਲੈ ਕੇ ਕੌਮ ਦੇ ਨਾਲ ਉਹ ਰਲ ਕੇ ਬਹਿੰਦੇ ਨੇ। ਇੱਥੇ ਰਲ ਰੋਲ ਕੇ ਬਹਿਣ ਵਾਲੀ ਗੱਲ ਕੋਈ ਨਹੀਂ, ਬੇਈਮਾਨਾਂ ਦੇ ਟੋਲੇ ਨੇ। ਔਰ ਹੁਣ ਜੱਥਿਆਂ ਦੇ ਵਿੱਚ ਅਤੇ ਮਫਾਦਾਤ ਦੇ ਨਾਮ 'ਤੇ ਜੱਥਿਆਂ ਤੱਕ ਤਕਸੀਮ ਹੋਣ ਵਾਲੀ ਹੈ। ਉੱਤੋਂ ਇਹ ਨਹੀਂ ਵਹਿੰਦੇ, ਜਿਸ ਵੇਲੇ ਖਾਦਮ ਰਿਜ਼ਵੀ ਦਾ ਬੜਾ ਤਮਾਸ਼ਾ ਲੱਗਾ ਸੀ ਤਾਂ ਉਦੋਂ TV 'ਤੇ ਇੱਕ ਵੇਖਿਆ, ਉਹ ਸਾਰੇ ਜੀ ਉਹ ਸੜਕ ਵੀ ਬੰਦ ਕਰ ਦਿਓ, ਉਹ ਵੀ ਬੰਦ ਕਰ ਦਿਓ, ਉਹ ਵੀ ਬੰਦ ਕਰ ਦਿਓ। ਉਦੋਂ ਟੈਲੀਵਿਜ਼ਨ 'ਤੇ ਅਸਾਂ ਬਾਕਾਇਦਾ ਵੇਖਿਆ ਕਿ ਜਿਹੜੀ ਕੋਈ ਸ਼ਰਕਪੁਰ ਵਾਲੇ ਪਾਸੋਂ ਛੋਟੀ ਸੜਕ ਸੀ, ਸ਼ਾਹਦਰਿਓਂ ਲਾਹੌਰੋਂ ਕੋਈ ਨਿਕਲਿਆ, ਉਹਨੇ ਫੈਮਲੀਜ਼ ਵੀ ਉਹਨਾਂ ਦੀ ਕੋਈ ਕਿਸੇ ਫੌਤਗੀ 'ਤੇ ਜਾਂਦੇ ਸਨ, ਜਾਂ ਜਿਵੇਂ ਵੀ ਉਹ ਪਿਛਲੀ ਕਾਰ ਦੀ ਪਿਛਲੀ ਸੀਟ 'ਤੇ 3-4 ਬੀਬੀਆਂ ਬੈਠੀਆਂ ਸਨ, ਅੱਗੇ 2 ਭਰਾ ਇੱਕ ਗੱਡੀ ਚਲਾਉਂਦਾ ਸੀ ਪਿਆ, ਦੂਜਾ ਉਹ ਨਾਲ ਬੈਠਾ ਸੀ। ਇਹ ਪੂਰੇ ਜੇ ਜ਼ਿਮੀਂਦਾਰ ਸਨ, ਮਤਲਬ ਕਰੋਲਾ ਮੁਨਾਸਿਬ ਜੇ ਮਾਡਲ ਦੀ, ਉਹਦੇ ਵਿੱਚ ਉਹ ਬਾਇਜ਼ਤ ਜੇ ਕੋਈ ਲੋਕ ਆਪਣੇ ਕਿਸੇ ਪਾਸੇ ਚੱਲੇ ਸਨ। ਉਹ ਜਿਸ ਟਾਈਮ ਇੱਧਰੋਂ ਵੀ ਬੰਦ ਇੱਧਰੋਂ ਵੀ ਬੰਦ, ਹੁਣ ਉਹਨਾਂ ਨੇ ਕਿੱਥੇ ਵਿਚਾਰਿਆਂ ਬਾਹਰ ਬਹਿ ਰਹਿਣਾ ਸੀ। ਉਹਨਾਂ ਨੂੰ ਅੱਗੋਂ ਰਾਹਾਂ ਦਾ ਪਤਾ ਹੁੰਦਾ, ਕਿਉਂਕਿ ਉਹ ਇੱਕ ਸੜਕ ਤੋਂ ਪਏ, ਦੂਜੇ ਨੂੰ ਪਏ, ਉਹ ਇੱਕ ਪਿੰਡ ਜਿਹੇ ਦੇ ਵਿੱਚੋਂ ਪੇ ਲੰਘਣ। ਉੱਥੇ ਫਿਰ ਇਹ ਖਾਦਮ ਰਿਜ਼ਵੀ ਵਾਲੇ ਸਨ ਜਿਹੜੇ ਜਿਨ੍ਹਾਂ ਨੂੰ ਮਤਲਬ ਕਿ ਸ਼ਹਿ ਦਿੱਤੀ ਹੁੰਦੀ ਉਸ ਟਾਈਮ, ਉਹਨਾਂ ਉੱਥੇ ਵੀ 5-7-10 ਮਲਵਾਣੇ ਤੋਂ ਮਦਰਸੇ ਵਾਲੇ ਜਿਹੜੇ ਏਡੀ ਦਾੜੀ ਰੱਖ ਕੇ ਉਹ ਨਾਰੇ ਮਾਰ ਕੇ, ਤਾਂ ਉਹਨਾਂ ਉੱਥੋਂ ਹੀ ਇੱਕ ਕਿੱਕਰ ਦੇ ਛਾਪੇ ਵੱਢ ਕੇ ਸੜਕ 'ਤੇ ਸੁੱਟੇ ਸਨ ਕਿ ਇਹ ਵੀ ਰਸਤਾ ਬੰਦ ਹੈ, ਰੋਡ ਬਲਾਕ ਜੀ, ਪਾਕਿਸਤਾਨ ਜੈਮ ਕਰ ਦੇਣਾ। ਉਹਨਾਂ ਦੀ ਗੱਡੀ ਉੱਥੇ ਪਹੁੰਚੀ, ਉਹ ਗੱਡੀ ਬ੍ਰੇਕ ਲਾ ਕੇ, ਅਤੇ ਉਹਨਾਂ ਮੁੰਡੇ ਨੂੰ, ਡਰਾਈਵਰ ਜਿਹੜਾ ਸੀ ਵੱਡਾ ਭਰਾ ਸੀ, ਉਹਨੇ ਛੋਟੇ ਨੂੰ ਆਖਿਆ ਜਾ ਅੱਗੋਂ ਹਟਾ, ਇੱਥੋਂ ਥੋੜ੍ਹਾ ਜਿਹਾ ਛਾਪੇ ਛੇਕ ਕੇ ਪਾਸੇ 'ਤੇ ਕਰਤੇ ਸੀ, ਲੰਘੀਏ ਇੱਥੋਂ।
ਨਾਲ ਉਹਨਾਂ ਦੀਆਂ ਘਰੋਂ ਜਨਾਨੀਆਂ ਵੀ ਬੈਠੀਆਂ ਸਨ। ਔਰ ਇਹ ਉਹ ਚੀਜ਼ ਹੈ ਜਿਹੜੀ ਮੈਂ ਕੋਲੋਂ ਨਹੀਂ ਪਿਆ ਤੁਹਾਨੂੰ ਦੱਸਦਾ, ਇਹ ਮੈਂ ਖੁਦ ਸੀਨ, ਮੈਂ ਹੀ ਨਹੀਂ ਸਾਰਿਆਂ ਬੇਸ਼ੁਮਾਰ ਬੰਦੇ ਉਹਨਾਂ ਦਿਨਾਂ 'ਚ TV 'ਤੇ ਵੇਖਿਆ ਸੀ। ਅੱਛਾ, ਉਹਨੇ ਉਹ ਛਾਪੇ ਹਟਾਏ ਅਤੇ ਉਹ ਜਿਹੜੇ ਫੌਰੀ ਤੌਰ 'ਤੇ ਇੱਕ ਉਹ ਹੈ ਸਨ ਉਹਨਾਂ ਦੇ ਲੌਂਡੇ ਲਪਾੜੀਏ ਟਾਈਪ ਮੌਲਵਾਣੇ ਨਿੱਕੇ ਨਿੱਕੇ, ਉਹ ਭੱਜ ਕੇ ਆ ਗਏ, ਹਾਂ ਹੱਥ ਨਹੀਂ ਲਾਣਾ, ਹਮ ਇਹ ਕਰ ਦੇਂਗੇ, ਗੁਲਾਮੀ ਰਸੂਲ ਮੇਂ। ਹਾਲੇ ਉਹ ਗੁਲਾਮੀ ਰਸੂਲ 'ਚ ਮੌਤ ਕਬੂਲ ਕਰੂ ਹੀ ਸਨ। ਉਹਨਾਂ ਸਮਝਿਆ ਸਾਡੇ ਨਾਲ ਜਨਾਨੀਆਂ ਨੇ ਘਰੋਂ ਦੀਆਂ, ਮਤਲਬ ਬਾਇਜ਼ਤ ਜੇ ਜ਼ਿਮੀਂਦਾਰ ਸਨ ਸਫੈਦਪੋਸ਼। ਉਸ ਮੁੰਡਾ ਵੀ ਸਮਝਿਆ ਵੀ ਇੱਕ ਬਾਹਰ ਹੈ, ਦੂਜਾ ਭਰਾ ਗੱਡੀ 'ਤੇ ਚਲਾਉਂਦਾ, ਜਨਾਨੀਆਂ ਗੱਡੀ 'ਚ ਬੈਠੀਆਂ ਨੇ, ਇਹਨਾਂ ਵਿੱਚ ਇੰਨੀ ਗੈਰਤ ਔਰ ਇੰਨੀ ਸ਼ਰਮ ਹੈ ਰਹੀ ਕੋਈ ਨਹੀਂ, ਇਹ ਤਾਂ ਹੁਣ ਨਿਕਲੇ ਨੇ ਜਲੂਸੀਏ ਬਣ ਕੇ। ਅਤੇ ਅਗਰ ਇਹ ਸਾਡੀ ਇੱਜ਼ਤ ਪੱਤ ਲਾ ਕੇ ਨਾ ਹੱਥ 'ਚ ਫੜਾ ਦਿੱਤੀ ਤਾਂ ਸਾਡੇ ਪੱਲੇ ਕੀ ਰਵੇਗਾ। ਉਹ ਗੱਡੀ 'ਚ ਬੰਦੂਕ ਸੀ ਪਈ ਛੋਟੀ ਉਹਨਾਂ ਦੇ ਕੋਲ, ਪੰਪ ਐਕਸ਼ਨ। ਉਸ ਜਿਹੜਾ ਵਿੱਚ ਅੰਦਰ ਭਰਾ ਬੈਠਾ ਸੀ, ਉਸ ਆਖਿਆ ਫੜ ਮਾਰ ਇਹਨਾਂ ਨੂੰ ਬੰਦੂਕ। ਉਹਨੇ ਇੱਕ ਫਾਇਰ ਕੀਤਾ, ਅਸਾਂ ਨਹੀਂ ਵੇਖਿਆ ਉਸ ਦੇ ਬਾਅਦ, ਮਤਲਬ ਜਸਟ ਇੱਕ ਬੁਲਟ ਨਾਲ ਪਹਿਲਾ ਕਾਰਤੂਸ ਫਾਇਰ ਹੋਇਆ ਤਾਂ ਸਾਰੀ ਕੁਤੀਕ ਉੱਥੋਂ ਨੱਸ ਗਈ। ਗੱਲ ਇਹ ਵੇ ਕਿ ਪਾਕਿਸਤਾਨ ਦੇ ਵਿੱਚ ਸਾਰੇ ਜਿਹੜੇ ਆਮਾਂ ਤੋਂ ਨਾਸ ਨੇ ਨਾ, ਉਹਨਾਂ 'ਚੋਂ ਅਕਸਰੀਅਤ ਇਸ ਕਲਾਸ ਦੀ। ਜਿਹੜੇ ਵੇਲੇ ਇਹ ਸਾਰੇ ਇੱਕ ਦੂਜੇ ਦੇ ਤਮਾਸ਼ੇ ਲਾਉਂਦੇ ਲਾਉਂਦੇ ਅਤੇ ਉਹ ਫੌਜ ਨੂੰ ਗਾਲਾਂ ਪੇ ਕੱਢਦੇ ਨੇ, ਉਹ ਲੀਡਰਸ਼ਿਪ ਰਹੀ ਕੋਈ ਨਹੀਂ। ਇਮਰਾਨ ਖਾਨ ਨਾ ਜਿਹਾ ਚੋਰਾਂ ਖੜਿਆ ਤੈ ਕਿੱਲੇ ਬੱਧਾ, ਮਤਲਬ ਕਿ ਉਹਦੇ 'ਚ ਵੀ ਤਾਂ ਕੋਈ ਗੱਲ ਉਹ ਕੋਈ ਨਹੀਂ ਨਾ। ਇਹ ਸਾਰੀ ਜਿਸ ਟਾਈਮ ਤਮਾਸ਼ਬੀਨ ਤਮਾਸ਼ਾ ਲੱਗਣਾ ਨਾ, ਕਿਸੇ ਦਾ ਕੋਈ ਪੁਰਸਾਨੇ ਹਾਲ, ਰੇਪ ਕੇਸਿਸ ਦੀ ਤਾਦਾਦ ਵੱਧਦੀ ਜਾਣੀ ਹੈ, ਬੰਦਿਆਂ ਅਖੀਰ ਉਹ ਵਕਤ ਹੋਣਾ ਜਿਨ੍ਹਾਂ ਦੇ ਘਰ ਰੋਟੀ ਪਈ ਹੈ, ਜਿਨ੍ਹਾਂ ਦੇ ਘਰ ਦਾਣੇ ਮੌਜੂਦ ਨੇ, ਜਿਨ੍ਹਾਂ ਨੇ ਕੋਈ ਹੱਕ ਹਲਾਲ ਨਾਲ ਸੋਚ ਸਮਝ ਕੇ ਕੀਤਾ, ਉਸ ਵੇਲੇ ਉਹਨਾਂ ਨੂੰ ਸਿਰਫ ਉਹ ਆਪਣੇ ਰਿਜ਼ਕ ਔਰ ਦਾਣੇ ਔਰ ਅਨਾਜ ਨਹੀਂ ਚਾਹੀਦਾ ਹੋਣਾ, ਉਹਨਾਂ ਨੂੰ ਨਾਲ ਬੰਦੂਕ ਵੀ ਚਾਹੀਦੀ ਹੋਣੀ ਕਿ ਉਹਨਾਂ ਦੇ ਘਰ 'ਤੇ ਇਸ ਵਾਸਤੇ ਹਮਲਾ ਹੋਣਾ ਕਿ ਤੁਹਾਡੇ ਘਰ ਖਾਣ ਨੂੰ ਹੈ ਕਿਉਂ। ਇਹ ਹਾਲਾਤ ਜਿੱਧਰ ਜਾਂਦੇ ਨੇ ਪਏ, ਇਹ ਤੁਹਾਨੂੰ ਕੋਈ ਨਹੀਂ ਪਿਆ ਦੱਸਦਾ, ਇਹਦੇ 'ਤੇ ਗੱਲ ਕੋਈ ਨਹੀਂ ਪਿਆ ਕਰਦਾ। ਜ਼ਰਾ ਜਿਹਾ ਕੋਈ ਸਮਝਦਾਰ ਹੋਵੇ, ਜ਼ਰਾ ਜਿਹਨੂੰ ਕੋਈ ਖੁਦਾ ਦਾ ਖੌਫ ਹੈ, ਜਿਹਨੂੰ ਅਗਲਾ ਦਿਨ ਦਿਸਦੇ ਨੇ ਪਏ, ਉਹ 30 ਰੁਪਈਆਂ ਦੀ ਰੋਟੀ ਦਾ ਨਾਂ ਸੁਣ ਕੇ ਤਾਂ ਉਹ ਰੋਟੀ ਦੀ 30 ਰੁਪਈਆਂ ਨੂੰ ਛੱਡ ਦਿਓ, ਉਹ ਰਸ਼ੀਆ ਤੋਂ ਆਉਣ ਵਾਲੀ ਕਣਕ ਤੇ ਮੁਲਕ ਨਹੀਂ ਜੇ ਚੱਲਦੇ। ਬਸ ਦੋ ਹਰਫੀ ਗੱਲ ਕਿ ਜੇ ਪਾਕਿਸਤਾਨ ਨੂੰ ਕਣਕ ਬਾਹਰੋਂ ਆਉਣੀ ਹੈ, ਫਿਰ ਪਾਕਿਸਤਾਨ ਨੇ ਕੋਈ ਨਹੀਂ ਚੱਲਣਾ। ਪਾਕਿਸਤਾਨ ਨੇ ਚੱਲਣਾ ਜ਼ਰੀ ਮੁਲਕ ਹੈ, ਇਹ ਕਣਕ ਬਾਹਰ ਘੱਲ ਤੇ ਸਕਦਾ, ਇਹ ਮੰਗਵਾਉਣਾ ਬੰਦ ਕਰੇ। ਔਰ ਜਦੋਂ ਤੱਕ ਕਣਕ ਬਾਹਰੋਂ ਆਉਂਦੀ ਰਹਿੰਦੀ ਹੈ, ਇੱਕ ਔਰੇਂਜ ਟ੍ਰੇਨ ਚਲਾ ਲੀਜੇ, ਇੱਕ ਨਾਲ ਭਾਵੇਂ ਅਦਵਾਣਾ ਟ੍ਰੇਨ ਚਲਾ ਲਓ, ਇਹਦੇ ਨਾਲ ਤੁਹਾਡਾ ਕੰਮ ਨਹੀਂ ਚੱਲਣਾ। ਅਤੇ ਹਾਲਾਤ ਇਸ ਤੋਂ ਵੀ ਮਾੜੇ ਨੇ। ਸਮਝ ਆਉਂਦੀ ਹੈ, ਇੰਟਰਨੈਸ਼ਨਲ ਪਲੇਅਰਸ ਦੀਆਂ ਵੀ ਗੱਲਾਂ ਸਮਝ 'ਚ ਆਉਂਦੀਆਂ ਨੇ ਪਈਆਂ। ਔਰ ਇਹ ਜਿਹੜਾ ਤੁਹਾਨੂੰ ਰੋਜ਼ ਦੱਸ ਦਿੰਦੇ ਨੇ ਕਿ ਜੀ ਇਹ ਹੁਣ ਪੂਰਾ ਹਫ਼ਤਾ ਜਿਹੜਾ ਨਾ ਉਹ ਮਨਾਇਆ ਜਾ ਰਿਹਾ ਜੀ ਇਹਦਾ ਮਿਲਾਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ 'ਤੇ। ਮਿਲਾਦ ਦੇ ਦਿਨਾਂ 'ਚ ਬਾਕੀ ਸਾਰੇ ਕੰਮ ਕਰ ਲੈਣ, ਇੰਨੀ ਤਾਂ ਕੋਈ ਬੰਦਾ ਪੁੱਛ ਲੈਂਦਾ। ਮੈਂ ਉਰਦੂ ਵਾਲੇ ਪ੍ਰੋਗਰਾਮ ਵਿੱਚ ਉਸ ਦਿਨ ਮੇਰੇ ਟੀਚਰ ਆਏ ਸਨ, ਉਹਨਾਂ ਆਖਿਆ ਜਿਹਨੂੰ ਪਿਆਸ ਲੱਗੀ ਉਹਨੂੰ ਪਾਣੀ ਦੇਣ ਦੀ ਬਜਾਏ ਤੁਸੀਂ ਉਹਦੇ ਕਸੀਦੇ ਪੜ੍ਹੋ। ਆਜ ਵਸੱਲਮ ਨੂੰ ਇਸ ਵਕਤ ਤੁਹਾਡੇ ਕਰੈਕਟਰ ਤੋਂ ਸ਼ਰਾਫਤ ਜ਼ਾਹਿਰ ਹੋਣ ਵਾਲਾ ਕਰੈਕਟਰ ਚਾਹੀਦਾ। ਉਹਨਾਂ ਨੂੰ ਤੁਹਾਡੇ ਕਸੀਦਿਆਂ ਦੀ ਇਸ ਵਕਤ ਤੋਂ ਸ਼ਾਨ ਮੁਸਤਫੀ ਜਿਹੜੀ ਹੈ ਉਹ ਤੁਹਾਡੇ ਕਸੀਦਿਆਂ ਨਾਲ ਨਹੀਂ ਬਾਉਂਡ। ਤੁਹਾਡੀ ਸਾਰੇ ਆਲਮ ਇਸਲਾਮ ਦੇ ਕਸੀਦੇ ਇੱਕ ਪਾਸੇ, ਔਰ ਅੱਲਾਹ ਤਾਲਾ ਦੇ ਬਾਰੇ, ਅੱਲਾਹ ਤਾਲਾ ਦਾ ਆਜ ਵਸੱਲਮ ਦੇ ਬਾਰੇ 'ਚ ਇਹ ਫਰਮਾਣਾ ਕਿ ਯਾ ਅਯੁਹਨ ਨਬੀ ਹੋ, ਆਪਣਾ ਨਬੀ ਕਰਕੇ ਮੁਖਾਤਿਬ ਕਰਕੇ, ਔਰ ਫਿਰ ਆਪ ਸੱਲੱਲਾਹੁ ਅਲੈਹਿ ਵਸੱਲਮ ਨੂੰ ਇਹ ਫਰਮਾਣਾ ਕਿ ਤੂੰ ਸਿਰਾਜ ਮੁਨੀਰ ਹੈ। ਇਸ ਦੇ ਬਾਅਦ ਤੁਹਾਡੀਆਂ ਤਾਰੀਫਾਂ ਦੇ ਆਜ ਸੱਲੱਲਾਹੁ ਅਲੈਹਿ ਵਸੱਲਮ ਦੀ ਸ਼ਾਨ ਮੁਹਤਾਜ ਨਹੀਂ। ਹਾਂ, ਤੁਸੀਂ ਅਗਰ ਹਕੀਕੀ ਮੁਹੱਬਤ ਦਾ ਇਜ਼ਹਾਰ ਕਰਨਾ ਅਤੇ ਫਿਰ ਇਹ ਆਰਜ਼ੂ ਮਸੀਹ ਇਸ ਤਰ੍ਹਾਂ ਦੇ ਜਿਹੜੇ ਜਿਵੇਂ ਦੇ ਹੁਣ ਤੁਸੀਂ ਇਸਲਾਮ ਪੇਸ਼ ਪੇ ਕਰਦੇ ਹੋ ਨਾ ਕਿ 13 ਸਾਲ ਦੀ ਬੱਚੀ ਅਗਵਾ ਕਰਕੇ, ਅਤੇ ਜੀ ਉਹ ਕੀ ਹੋ ਗਿਆ ਜੀ, ਉਸਨੇ ਇਸਲਾਮ ਕਬੂਲ ਕਰ ਲਿਆ। ਕਦੀ ਕਿਸੇ ਮਾਕੂਲ ਆਦਮੀ ਨੂੰ, ਕਿਸੇ ਪੁਜੇਤ ਉਮਰ ਦਾ, ਕਿਸੇ ਪੜ੍ਹੇ ਲਿਖੇ ਬੰਦੇ ਨੂੰ, ਉਂਝਦੇ ਨੂੰ ਵੀ ਕਿਸੇ ਨੂੰ ਕਬੂਲ ਕਰਾਇਆ ਜੇ ਕਦੀ ਇਸਲਾਮ? ਤੁਹਾਡਾ ਜਦੋਂ ਇਸਲਾਮ ਕਬੂਲ ਹੁੰਦਾ ਜਾਂ ਹਿੰਦੂਆਂ ਦਾ ਹੁੰਦਾ ਅਤੇ ਜਾਂ ਈਸਾਈਆਂ ਦਾ, ਪਿਛੀ ਹੋਈ ਮਾਈਨੋਰਿਟੀ ਕਮਿਊਨਿਟੀਜ਼ ਦਾ ਹੀ ਹੁੰਦਾ। ਅੱਲਾਹ ਰਹਿਮ ਕਰੇ ਵੀ ਤੁਹਾਡੇ ਇਸ ਤਰ੍ਹਾਂ ਦੇ ਕਬੂਲ ਹੈ ਇਸਲਾਮ ਦੇ ਉੱਤੇ। ਔਰ ਅਦਾਲਤਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਪਤਾ ਨਹੀਂ ਉਸ 44 ਸਾਲ ਦੇ ਉਸ ਅਗਵਾ ਕੁਨਿੰਦਾ ਕੋਲੋਂ ਡਰ ਲੱਗ ਰਿਹਾ, ਖੁਦਾ ਕੋਲੋਂ ਕੋਈ ਡਰ ਨਹੀਂ ਲੱਗ ਰਿਹਾ।
ਉਹ ਭੜੋਲੇ ਦੀ ਗੱਲ ਸੀ, ਅਤੇ ਐਂਡ 'ਤੇ ਮੈਂ ਮੁਕਾਣੀ ਉੱਥੋਂ ਚਾਹੁੰਦਾ। ਅਨਵਰ ਮਕਸੂਦ ਸਾਹਿਬ, ਅੱਲਾਹ ਤਾਲਾ ਉਹਨਾਂ ਦੀ ਉਮਰ 'ਚ ਬਰਕਤ ਰੱਖੇ, ਪੰਜਾਬੀ ਦੇ ਸੋਹਣੇ ਸ਼ੇਰ ਲਿਖਦੇ ਨੇ। ਉਹਨਾਂ ਅਗਲੇ ਦਿਨ ਆਖਿਆ ਕਿ ਚੇਤੇ ਦੀ ਭੜੋਲੀ ਦੀਆਂ ਗੁੱਠਾਂ ਪਿਆ ਫਰੋਲਣਾ। ਇਸ ਵਕਤ ਅਗਰ ਵੇਖੋ ਤੇ ਚੇਤਾ ਆਉਂਦੇ ਨੇ ਯਾਦਾਸ਼ਤ ਦੀ ਭੜੋਲੀ। ਭੜੋਲੇ ਦੀ ਤਰ੍ਹਾਂ ਇੱਕ ਛੋਟੀ ਮੱਟੀ ਜਿਹੀ ਹੁੰਦੀ ਹੈ ਭੜੋਲੀ, ਉਹਨੂੰ ਆਉਂਦੇ ਸਨ ਜਿਹਦੇ 'ਚ ਆਟਾ ਪਿਸਿਆ ਹੋਇਆ ਰੱਖਦੇ ਸਨ। ਭੜੋਲਾ ਹੁੰਦਾ ਸੀ ਜਿਹਦੇ ਸਬੂਤੇ ਦਾਣੇ ਹੁੰਦੇ ਸਨ। ਜਿਸ ਵੇਲੇ ਆਟਾ ਮੁੱਕ ਵੀ ਜਾਏ ਤਾਂ ਉਹਦੀਆਂ ਚਵਾਂ ਗੁੱਠਾਂ ਦੇ ਵਿੱਚ ਕੋਈ ਪੜੋਪੀ ਜਿੰਨਾ ਆਟਾ ਹੁੰਦਾ ਸੀ। ਉਹਨੂੰ ਇੰਝ ਕਰਕੇ ਹੱਥ ਮਾਰ ਕੇ ਨਾ ਜਨਾਨੀਆਂ ਝਾੜ ਝੂੜ ਕੇ ਤੋਂ ਇੱਕ ਦਿਨ ਦਾ ਫਿਰ ਵੀ ਨਿਕਲ ਆਉਂਦਾ ਸੀ ਉਹਦੇ 'ਚੋਂ। ਟੋਪਾ ਉਸ ਵੇਲੇ ਵੱਡਾ ਕਿਲੋ 1.5 ਕਿਲੋ ਜਿਹਦੇ 'ਚ ਦਾਣੇ ਆ ਜਾਂਦੇ ਨੇ, ਗੋਲ ਜਿਹਾ ਬਾਉਲ ਹੁੰਦਾ, ਉਹਨੂੰ ਆਉਂਦੇ ਸਨ। ਪੜੋਪੀ ਆਉਂਦੇ ਨੇ ਜਿਹਦੇ 'ਚ ਪਾਓ 1.5 ਪਾਓ ਦੇ ਕਰੀਬ ਦਾਣੇ ਆ ਜਾਂਦੇ ਨੇ, ਜਾਂ ਕੋਈ ਵੀ ਜਿੰਸ। ਇਹ ਪੈਮਾਨੇ ਹੁੰਦੇ ਸਨ। ਨਾ ਮੈਂ ਤਾਂ ਦੱਸਿਆ ਕਿ ਉਹ ਜਿਹੜੀ ਉਹ ਛੋਟੀ ਮੱਟੀ ਸੀ ਉਹਨੂੰ ਆਉਂਦੇ ਸਨ ਭੜੋਲੀ। ਆਉਂਦੇ ਨੇ ਕਿ ਚੇਤੇ ਦੀ ਭੜੋਲੀ ਦੀਆਂ ਗੁੱਠਾਂ ਪਿਆ ਫਰੋਲਣਾ। ਇਸ ਵਕਤ ਅਗਰ ਵੇਖੀਏ ਤਾਂ ਚੰਗੇ ਦਿਨਾਂ ਦਾ ਜਿਹੜਾ ਚੇਤਾ ਜਾਂ ਯਾਦਾਸ਼ਤ ਸੀ, ਉਹਦੀ ਭੜੋਲੀ ਦੀਆਂ ਗੁੱਠਾਂ ਫਰੋਲੀਏ ਅਤੇ ਤਾਂ ਵੀ ਅੱਗੇ ਕੁਝ ਨਹੀਂ ਪਿਆ ਦਿਸਦਾ, ਪਿੱਛੇ ਫਿਰ ਵੀ ਕੁਝ ਨਾ ਕੁਝ ਹੈ ਸੀ। ਉੱਠ ਫਰੀਦਾ ਸੁੱਤਿਆ, ਤੇਰੀ ਦਾੜੀ ਆ ਗਿਆ ਬੂਰ, ਅੱਗਾ ਨੇੜੇ ਆ ਗਿਆ ਅਤੇ ਪਿੱਛਾ ਰਹਿ ਗਿਆ ਦੂਰ। ਇਹਨਾਂ ਹਾਲਾਤ ਦੇ ਵਿੱਚ ਅੱਲਾ ਤੌਫੀਕ ਦੇ ਅਤੇ ਹੁਣ ਜਿਹੜਾ ਜਿੱਥੇ ਹੈ ਉਹ ਜ਼ਾਤੀ ਤੌਰ 'ਤੇ 4-6 ਹਫ਼ਤੇ 'ਚ ਕੁਛ ਤਾਂ ਖੁਦ ਪ੍ਰੋਡਿਊਸ ਕਰਨਾ ਸ਼ੁਰੂ ਕਰੋ। ਕੁਛ ਤਾਂ ਆਪਣਾ ਮਤਲਬ ਹੈ ਕਿ 4 ਬੀਜ ਕਿੰਨੇ ਦੇ 5 ਰੁਪਈਆਂ ਦੇ ਬੀਜ ਲੈ ਕੇ ਕੁਝ ਨਾ ਕੁਝ ਆਪਣੀ ਆਪ ਸ਼ੁਰੂ ਕਰੋ। ਲੱਗੇ ਕਿ ਤੁਹਾਨੂੰ ਗੱਲ ਇੰਝ ਹੀ, ਲੇਕਿਨ ਤੁਹਾਡਾ ਹੁਣ ਅੱਗੇ ਫਿਊਚਰ ਇਹ ਹੀ ਹੈ। ਇਹ ਜਿਹੜੀਆਂ ਅਯਾਸ਼ੀਆਂ ਸਨ, ਹੁਣ ਉਹਨਾਂ ਅਯਾਸ਼ੀਆਂ ਜੋਗਾ ਟਾਈਮ ਬਚਣਾ ਕੋਈ ਨਹੀਂ, ਕਿਉਂਕਿ ਤੁਹਾਡੀ ਲੀਡਰਸ਼ਿਪ ਕੋਤਾ ਨਜ਼ਰ ਔਰ ਬੇਹਿੱਸ ਹੋ ਚੁੱਕੀ ਹੈ। ਅਤੇ ਇਹ ਹੁਣ ਆਪਸ 'ਚ ਲੜਨੇ ਨੇ, ਅਤੇ ਉਹਨਾਂ ਲੜਾਈ ਦੇ ਵਿੱਚ ਤੁਹਾਨੂੰ ਰੋਟੀ ਦੇਣ ਕਿੰਨੇ ਆਉਣਾ, ਤੁਹਾਡੇ ਚੁੱਲ੍ਹੇ ਦਾ ਕਿੰਨੇ ਖਿਆਲ ਕਰਨਾ। ਔਰ ਜਿਸ ਵੇਲੇ ਇਹਨਾਂ ਦੋਵਾਂ ਲੜਦਿਆਂ ਪਿਆ ਹਾਥੀਆਂ ਨੂੰ ਛੁਡਵਾਉਣਾ, ਉਹਨਾਂ ਤਾਕਤਾਂ ਨੇ ਆਪਣੀਆਂ ਉਸ ਵਕਤ ਇਹਨਾਂ ਨਾਲ ਡੀਲਾਂ ਕਰ ਰਿਹਾ ਹੋਣਾ, ਤੁਹਾਡਾ ਕਿਹਨੇ ਸੋਚ ਰਿਹਾ ਹੋਣਾ। ਲਿਹਾਜ਼ਾ ਹੁਣ ਜਿਹਦੇ ਕੋਈ 2-2 4-4 ਕਿੱਲੇ ਹੈ ਨੇ ਨਾ, ਉਹ ਇਹ ਸੋਚੇ ਕਿ ਮੇਰੇ ਕੋਲ ਇੰਨੇ ਦਾਣੇ ਹੋਣ ਕਿ ਮੈਂ ਆਪਣੀ ਫੈਮਿਲੀ ਪਾਲ ਸਕਾਂ ਅਤੇ ਖੁਦਾ ਨੂੰ ਰਾਜ਼ੀ ਕਰਨ ਵਾਸਤੇ ਕਿਸੇ ਹੋਰ ਭੁੱਖ ਮਰਦੇ ਨੂੰ ਵੀ ਦੇ ਸਕਾਂ। ਭੜੋਲੇ ਨੂੰ ਵਾਪਸ ਲੈ ਕੇ ਆਓ, ਅੱਗੇ ਹਾਲਾਤ ਭੜੋਲੇ ਵਾਲੇ ਆ ਰਹੇ ਨੇ। ਫੀ ਅਮਾਨ ਅੱਲਾ ਪਾਕਿਸਤਾਨ। ਅਸਲਾਮ ਅਲੈਕੁਮ।